बीते दिन पंजाब की कोयल कहे जाने वाली पंजाबी लोक गीतों की रानी मशहूर लोक गायिका गुरमीत कौर बाबा ने इस फनी संसार को अलविदा कहा। आज उनकी अंतिम भोग अरदास की रस्म अदा की गई, जिसमें पंजाबी गीत जगत के कई फुंकार शामिल हुए। आपको बता दें कि गुरमीत बाबा की बेटी लाची बाबा का कुछ समय पहले ही देहांत हुआ था, जिसके बाद वह सदमे में थी और कुछ दिन से बीमार चल रही थी, जिसके चलते अमृतसर के एक अस्पताल में उन्होंने अपनी अंतिम सांसें ली और आज उनका अमृतसर में ही अंतिम भोग अरदास की रस्म अदा की गई, जिसमें पंजाबी गीत जगत के गायकों ने कहा कि उन्होंने पंजाब का नाम देश में नहीं बल्कि पूरी दुनिया में रोशन किया और उनके साथ उन्होंने कई अहम पल बिताए, जिनको आज भी याद करके उनकी आंखें नम हो आई। कहा कि ऐसे दिग्गज कभी मरा नहीं करते, बल्कि वह अपने कर्मों द्वारा इस संसार में सदा अमर हो जाते हैं। वहीं पंजाबी गायक मनमोहन वारिस ने कहा कि गुरमीत बाबा के जाने से जो पंजाबी लोकगीत जगत में कमी हुई है वह कभी पूरी नहीं हो सकती। उन्होंने जब से होश संभाला, गुरमीत बाबा से अधिक पंजाबी सभ्यता को आगे ले जाने वाला उन्होंने कोई नहीं देखा और आगे भी उनकी यादों के जरिए वह अमर ही रहेंगी। वहीं अमृतसर नॉर्थ के विधायक सुनील दत्ती भी गुरमीत बाबा की भोग अरदास में पहुंचे और उन्होंने कहा कि ऐसे महान कलाकार सदियों बाद जन्म लेते हैं। बाबा जी ने सिर्फ ते सिर्फ ਜਿਹੜੇ ਲੋਕ ਗੀਤ ਆ ਬਜ਼ੁਰਗਾਂ ਦੇ ਸਾਡੇ ਉਹਨਾਂ ਨੂੰ ਆਪਣੇ ਜ਼ੁਬਾਨ ਆਵਾਜ਼ ਦਿੱਤੀ ਆ ਤੇ ਦੇਸ਼ਾਂ ਵਿਦੇਸ਼ਾਂ 'ਚ ਇਹਨੇ 50 ਸਾਲ ਦੀ 60 ਸਾਲ ਦੀ ਗਾਇਕੀ ਆਪਣੀ ਲੋਕਾਂ ਸਾਹਮਣੇ ਪੇਸ਼ ਕੀਤੀ ਆ। ਉਹ ਇੱਕ ਬਹੁਤ ਵੱਡੀ ਵਿਰਾਸਤ ਪਿੱਛੇ ਛੱਡ ਗਏ ਆ। ਮੈਂ ਫੇਰ ਉਹ ਗੱਲ ਦੁਹਰਾਉਂਗਾ ਕਿ ਜਦੋਂ ਵੀ ਆਪਣੇ ਲੋਕ ਗੀਤਾਂ ਨੂੰ ਸਮਝਣਾ ਹੋਊਗਾ ਆਉਣ ਵਾਲੀਆਂ ਸਦੀਆਂ ਨਹੀਂ, ਆਉਣ ਵਾਲੀ ਸਦਾ ਹੀ ਜਨਰੇਸ਼ਨ ਹੋਰ ਸਾਨੂੰ ਕਿਸੇ ਕੋਲੋਂ ਨਹੀਂ ਮਿਲਦੇ, ਉਹ ਸਾਨੂੰ ਗੁਰਮੀਤ ਬਾਬਾ ਜੀ ਨੂੰ ਸੁਣਨਾ ਪਊਗਾ। ਆਉਣ ਵਾਲੀਆਂ ਜਨਰੇਸ਼ਨਾਂ ਨੂੰ ਜਦੋਂ PhDਆਂ ਹੋਣਗੀਆਂ ਕਿ ਆਹ ਤਰਜ਼ ਕਿਵੇਂ ਹੁੰਦੀ ਸੀ, ਇਸ ਟਿਊਨ ਨੂੰ ਕਿੱਦਾਂ ਗਾਇਆ ਜਾਂਦਾ ਸੀ। मनमोहन वारिस जी ਉਹਨਾਂ ਦੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ, ਉਹਨਾਂ ਦੀ ਵਿਚਾਰਧਾਰਾ ਨੂੰ ਸੰਭਾਲ ਕੇ ਰੱਖਣਾ ਚਾਹੀਦਾ। ਕਲਚਰ ਦੀ ਜਿਹੜੀ ਪਾਲਿਸੀ ਹੈ ਉਹ ਇਹੀ ਹੈ ਕਿ ਗੁਰਮੀਤ ਬਾਬਾ ਵਰਗੇ ਲੋਕਾਂ ਨੂੰ ਜਿਨ੍ਹਾਂ ਨੇ ਇਸ ਵਕਤ ਦੇ ਨਾਲ ਸਮਝੌਤਾ ਨਹੀਂ ਕੀਤਾ, ਸਾਡੇ ਵਾਂਗ ਨਹੀਂ ਹੋਏ ਕਿ ਅਸੀਂ ਦਿਲ ਲੈ ਗਈ ਕੁੜੀ ਗੁਜਰਾਤ ਦੀ ਗਾਣ ਲੱਗੇ ਜਾਂ ਕੋਈ ਕਿਉਂਕਿ ਪੈਸੇ ਕਮਾਉਣ ਵਾਸਤੇ ਜਾਂ ਮਸ਼ਹੂਰ ਹੋਣ ਵਾਸਤੇ। ਉਹਨਾਂ ਨੇ ਉਹੀ ਜੀਵਨ ਰੱਖਿਆ, ਉਹਨਾਂ ਹੀ ਸਾਦਾ ਜੀਵਨ ਰੱਖਿਆ, ਉਹੀ ਸਾਦੀ ਗਾਇਕੀ ਜਿਹੜੀ ਸੀ ਉਹ ਲੋਕਾਂ ਤੱਕ ਪਹੁੰਚਾਈ ਤੇ ਪੰਜਾਬ ਦੇ ਕਲਚਰ ਨੂੰ ਲੋਕਾਂ ਤੱਕ ਲੈ ਕੇ ਗਏ। ਅਲਗੋਜ਼ਿਆਂ ਨਾਲ ਗਾਇਆ, ਚਿਮਟੇ ਨਾਲ ਗਾਇਆ ਤੇ ਮਤਲਬ ਇਹੋ ਜਿਹੇ ਜਿਹੜੇ ਲੋਕ ਸਾਜ਼ ਨੇ ਉਹਨਾਂ ਦੇ ਨਾਲ ਹੀ ਗਾਉਣ ਦੀ ਟਰਾਈ ਕੀਤੀ ਜਿਹੜਾ ਕਿ ਸਾਡਾ ਵਿਰਸਾ ਹੈ। ਸੋ ਆਈ ਥਿੰਕ ਸਰਕਾਰ ਨੂੰ ਇਹਨਾਂ ਚੀਜ਼ਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ। ਅੱਜ ਇੱਕ ਪੰਜਾਬ ਦੀ ਲੋਕ ਆਵਾਜ਼ ਜਿਹੜੀ ਸਭ ਤੋਂ ਵੱਡੀ ਆਵਾਜ਼ ਸੀਗੀ ਉਹ ਸਾਨੂੰ ਦੁਨਿਆਵੀ ਤੌਰ ਤੇ ਸਦਾ ਲਈ ਛੱਡ ਕੇ ਚਲ ਗਈ ਹੈ, ਪਰ ਉਹਨਾਂ ਦੀ ਜਿਹੜੀ ਡਿਜੀਟਲੀ ਆਵਾਜ਼ ਸਾਡੇ ਕੋਲ ਰਹਿ ਗਈ ਹੈ ਉਹ ਸਦੀਆਂ ਤੱਕ ਪੰਜਾਬੀ ਲੋਕ ਗਾਇਕੀ ਦਾ ਚਾਨਣ ਮਨਾਰਾ ਬਣ ਕੇ ਰਹੂਗੀ। ਜਿਹੜੇ ਸਾਡੇ ਲੋਕ ਗੀਤ ਆ, ਜਿਹੜੀ ਪੰਜਾਬੀ ਸਾਡਾ ਨਾ ਸੰਸਕ੍ਰਿਤੀ, ਪੰਜਾਬੀ ਸਾਡਾ ਸੱਭਿਆਚਾਰ ਆ, ਵਿਰਾਸਤ ਆ ਸਾਡੀ, ਉਹ ਲੋਕ ਗੀਤਾਂ ਤੇ ਖੜੀ ਆ। ਪੰਜਾਬ ਨਾ ਲੋਕ ਗੀਤਾਂ ਗਾਇਕੀ ਨਾਲ ਬਹੁਤ ਜੁੜਿਆ ਹੋਇਆ ਪਹਿਲਾਂ ਤੋਂ ਹੀ, ਤੇ ਜਿਹੜੇ ਲੋਕ ਗੀਤ ਆ ਉਹ ਜਿਹੜੇ ਲੋਕ ਗੀਤ ਉਹ ਹੁੰਦੇ ਜਿਨ੍ਹਾਂ ਦਾ ਰਚਨਹਾਰਾ ਇੱਕ ਜਾਂ ਦੋ ਬੰਦੇ, ਕੋਈ ਗੀਤਕਾਰ ਨਹੀਂ ਹੁੰਦਾ। ਦੇਖੋ ਜੀ, ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਖੜੇ ਆ ਤੇ ਉਹ ਐਡੇ ਵੱਡੇ ਮਹਾਨ ਕਲਾਕਾਰ ਸਨ ਜਿਨ੍ਹਾਂ ਨੂੰ ਸਜਦਾ ਕਰਨਾ ਸਮੁੱਚੇ ਪੰਜਾਬੀਆਂ ਦਾ ਫਰਜ਼ ਬਣਦਾ ਹੈ, ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਗੁਰਮੀਤ ਬਾਬਾ ਹੋਣਾ ਨੇ ਸਾਡੀ ਲੋਕ ਵਿਰਾਸਤ ਨੂੰ, ਸਾਡੀ ਲੋਕ ਗਾਇਕੀ ਨੂੰ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ, ਭਾਰਤ ਦੇ ਵਿੱਚ ਹੀ ਨਹੀਂ, ਬਲਕਿ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਨੇ ਉਸ ਦੇ ਮਤਲਬ ਕਿ ਉਹਦਾ ਪ੍ਰਚਾਰ ਪ੍ਰਸਾਰ ਲਈ ਕੰਮ ਕੀਤਾ ਤੇ ਅੱਜ ਉਹਨਾਂ ਦੇ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਲਈ ਅਚੇਚੇ ਤੌਰ ਤੇ ਪਹੁੰਚੇ ਹਾਂ। ਹੋਰ ਵੀ ਕਲਾਕਾਰ ਭਾਈਚਾਰਾ ਪਹੁੰਚੇ ਹੈ ਤੇ ਸਾਡਾ ਫਰਜ਼ ਬਣਦਾ ਹੈਗਾ ਕਿ ਅਸੀਂ ਪਰਿਵਾਰ ਦੇ ਇਸ ਦੁੱਖ ਦੀ ਘੜੀ 'ਚ ਉਹਨਾਂ ਦੇ ਨਾਲ ਖੜੀਏ ਤੇ ਨਾਲ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਕਿ ਸਰਕਾਰਾਂ ਨੂੰ ਵੀ ਕਲਾਕਾਰਾਂ ਦੀ ਬਾਂਹ ਫੜਨੀ ਚਾਹੀਦੀ ਹੈ। देखो जी, गुरमीत बाबा जी एक बहुत बड़ा नाम से, एक सदी एक युग चला गया पंजाबी लोक गायकी का। मैं थंब कवां, पिलर कवां तो वो साडी छत के थल्लों निकल गया। बड़ा जरूरी है इहो जे लोकां नूं इस वक्त ते उन्हां दे बनदे हक दे तरीके दे नाल, उन्हां दे बनदे कद काट दे हिसाब दे नाल उन्हां नूं तोरना ते साडे वल्लों श्रद्धांजलि उन्हां नूं इस रूप दे विच उन्हां दे कदमां 'च नतमस्तक हो के उन्हां नूं विदायगी देना साडा फर्ज बनदा है। सो बड़ी दुख वाली गल है कि अज वो साडे दरम्यान नहीं हैगे। विरसा किथे ना किथे विछड़दा जा रहा है, विरसे दे लोग, विरसे दे सिंगर जिहड़े ने विछड़दे जा रहे ने, की कुछ करना चाहिए?
ਵਿਰਾਸਤ ਤੇ ਹੁਣ ਇਹ ਹੈ ਕਿ ਚੰਦ ਹੀ ਲੋਕਾਂ ਤੱਕ ਮਹਦੂਦ ਰਹਿ ਗਈ ਆ, ਸੋ ਉਹਨੂੰ ਸਹੀ ਤਰੀਕੇ ਨਾਲ ਚਲਾਉਣ ਦੇ ਲਈ ਬਹੁਤ ਸਾਰੇ ਲੋਕ ਯਤਨਸ਼ੀਲ ਵੀ ਨੇ ਔਰ ਚੰਗੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ। ਤੇ ਇਹ ਹੈ ਕਿ ਚੰਗੀ ਮਾੜੀ ਚੀਜ਼ ਹਮੇਸ਼ਾ ਹੀ ਚੱਲਦੀ ਆਈ ਹੈ ਸ਼ੁਰੂ ਤੋਂ ਹੀ। ਭਗਵਾਨ, ਮੈਂ ਅੱਗੇ ਗੱਲ ਕਰਦਾ ਸੀ ਭਗਵਾਨ ਰਾਮ ਜੀ ਦੇ ਟਾਈਮ ਤੋਂ ਹੀ ਜੇ ਆਪਾਂ ਗੱਲ ਕਰੀਏ ਤੇ ਉਹ ਚੱਲਦਾ ਹੀ ਆਇਆ ਜੀ। ਉਹ ਕਰਨ ਵਾਸਤੇ ਕੀ ਸਰਕਾਰ ਨੂੰ ਮੰਗਾਂ ਵੀ ਸੀਗੀਆਂ ਕਈ ਪਰਿਵਾਰ ਦੀਆਂ, ਕੀ ਮੰਗਾਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਸੰਗੀਤ ਜਗਤ ਦੇ ਵਿੱਚ ਪੰਜਾਬ ਨੂੰ ਨਹੀਂ ਸਾਰੇ ਵਿਸ਼ਵ ਨੂੰ ਬਹੁਤ ਵੱਡੀ ਘਾਟ ਲੱਗੀ ਆ। ਇੱਕ ਪੰਜਾਬੀ ਹੋਣ ਦੇ ਨਾਤੇ ਮੈਂ ਕਹਾਂਗਾ ਕਿ ਸਾਡੇ ਸੰਗੀਤ ਜਗਤ ਦੀ ਇੱਕ ਆਵਾਜ਼ ਬੰਦ ਹੋ ਗਈ ਆ, ਰੋਸ਼ਨੀ ਮੱਧਮ ਪੈ ਗਈ ਆ। ਇਹ ਅਸੀਂ ਦੇਖੋ, ਸ਼ਖਸੀਅਤ ਸਦੀਆਂ ਬਾਅਦ ਪੈਦਾ ਹੁੰਦੀਆਂ, ਉਹਨਾਂ ਦਾ ਇੱਕ ਨਾਂ ਸੀ, ਰੁਤਬਾ ਸੀ, ਇਸ ਸਿਖਰ ਤੇ ਮੁਕਾਮ ਤੇ ਪਹੁੰਚ ਕੇ ਆਪਣੇ ਆਪ ਨੂੰ ਅੱਜ ਤੱਕ ਉਹਨਾਂ ਕਾਇਮ ਰੱਖਿਆ, ਬਰਕਰਾਰ ਰੱਖਿਆ। ਬਹੁਤ ਵੱਡਾ ਘਾਟ ਆ ਸਾਰੇ ਪਰਿਵਾਰ ਨੂੰ ਤੇ ਹੈ ਹੀ ਆ, ਸਾਰੇ ਸਮਾਜ ਨੂੰ, ਸਾਨੂੰ ਸਾਰੇ ਲੋਕਾਂ ਨੂੰ। ਮੈਂ ਬੋਲ ਕੇ ਹਟਿਆ ਹੁਣੇ ਅੰਦਰ ਕਿ ਪੰਜਾਬ ਸਰਕਾਰ ਦੇ ਵਿੱਚ ਮੈਂ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨਾਲ ਗੱਲ ਕਰਕੇ ਕੇਵਲ ਧਾਲੀਵਾਲ ਜੀ ਨੂੰ ਮੈਂ ਆਸ਼ਵਾਸਨ ਦਿੱਤਾ, ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਦੀ ਯਾਦ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਅੰਮ੍ਰਿਤਸਰ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਉਹਨਾਂ ਦੀ ਯਾਦਗਾਰ ਬਣਾਈਏ ਜਿਹਦੇ ਨਾਲ ਉਹ ਯਾਦ ਰਹਿਣ। ਔਰ ਜੋ ਵੀ ਇਹ ਕਮੇਟੀ ਕਹੇਗੀ ਅਸੀਂ ਉਹ ਬਿਲਕੁਲ ਪੂਰੀ ਕਰਾਂਗੇ। ਮੈਂ ਤੇ 10 ਲੱਖ ਰੁਪਏ ਕਿਉਂਕਿ ਮੇਰੀ ਕਨਸਟੀਚੁਐਂਸੀ ਦੇ ਵਿੱਚ ਨੇ 10 ਲੱਖ ਰੁਪਇਆ ਜੋ ਵੀ ਇਹ ਬਣਾਉਣਾ ਚਾਹਣਗੇ, ਜੋ ਇਹ ਕਰਨਾ ਚਾਹਣਗੇ, ਉਹਦੇ ਲਈ ਮੈਂ ਜ਼ਰੂਰ MLA ਫੰਡ ਦੇ ਵਿੱਚੋਂ ਉਹ ਮੈਂ ਆਪਣੇ ਫੰਡ ਦੇ ਵਿੱਚੋਂ ਭੇਜਾਂਗਾ ਜੀ। ਠੀਕ ਹੈ, ਧੰਨਵਾਦ, ਥੈਂਕ ਯੂ ਜੀ।